ਪਿਆਰੇ ਦਰਸ਼ਕੋ, ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਨਾਲ ਹੋਵੋਗੇ ਅਤੇ ਪਰਮੇਸ਼ਰ ਦੇ ਵਚਨਾਂ ਦਾ ਆਨੰਦ ਮਾਣ ਰਹੇ ਹੋਵੋਗੇ। ਅਸੀਂ ਪਰਮੇਸ਼ਰ ਪਿਤਾ ਦੇ ਅਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅਸੀਂ ਇੱਕ ਵਾਰੀ ਫੇਰ ਤੋਂ ਤੁਹਾਡੇ ਵਿੱਚ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਆਏ ਹਾਂ। ਦੋਸਤੋ, ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 3 ਅਧਿਆਏ ਦੀ 19 ਆਇਤ ਤੋਂ ਲੈ ਕੇ 30 ਆਇਤਾਂ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰ ਰਹੇ ਹਾਂ। ਅੱਜ ਅਸੀਂ ਈਸ਼ਵਰੀ ਸੰਭਾਲ ਬਾਰੇ ਜਾਣ ਰਹੇ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਜਾਣਿਆ ਕਿ ਕਿਵੇਂ ਸ਼ਦਰਕ, ਮੇਸ਼ਕ ਅਤੇ ਉਬੇਦਨਗੋ ਨੇ ਰਾਜੇ ਦੀ ਆਗਿਆ ਨਾ ਮੰਨ ਕੇ ਉਸ ਮੂਰਤ ਦੇ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਰਾਜਾ ਗੁੱਸੇ ਨਾਲ ਭਰ ਗਿਆ ਅਤੇ ਉਹਨੇ ਉਹਨਾਂ ਨੂੰ ਅੱਗ ਦੀ ਬਲਦੀ ਭੱਟੀ ਦੇ ਵਿੱਚ ਸੁਟਵਾ ਦਿੱਤਾ। ਅਸੀਂ 3 ਅਧਿਆਏ ਦੀ 19 ਆਇਤ ਤੋਂ ਲੈ ਕੇ 21 ਆਇਤਾਂ ਤੱਕ ਦਾ ਅਧਿਐਨ ਕੀਤਾ ਸੀ। ਅੱਜ ਅਸੀਂ ਇਸ ਦੇ ਬਾਕੀ ਹਿੱਸੇ ਦੇ ਉੱਤੇ ਗੌਰ ਕਰਾਂਗੇ, ਜੋ ਕਿ 22 ਆਇਤ ਤੋਂ ਲੈ ਕੇ 30 ਆਇਤਾਂ ਤੱਕ ਹੈ। ਅੱਜ ਅਸੀਂ ਕੁਝ ਹੋਰ ਸੱਚਾਈਆਂ ਨੂੰ ਜਾਣਾਂਗੇ ਕਿ ਕਿਵੇਂ ਪਰਮੇਸ਼ਰ ਆਪਣੇ ਉੱਤੇ ਭਰੋਸਾ ਰੱਖਣ ਵਾਲੇ ਲੋਕਾਂ ਦੀ ਰੱਖਿਆ ਕਰਦਾ ਹੈ। ਤਾਂ ਫਿਰ ਦੋਸਤੋ, ਆਓ ਬਿਨਾਂ ਦੇਰ ਕਰੇ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਦਾਨੀਏਲ ਨਬੀ ਦੀ ਪੁਸਤਕ ਦੇ 3 ਅਧਿਆਏ ਦੀ 22 ਐਤ ਦੇ ਬਚਨ ਇਸ ਤਰ੍ਹਾਂ ਆਖਦੇ ਹਨ। ਇਸ ਲਈ ਭਾਈ ਰਾਜੇ ਦਾ ਹੁਕਮ ਵੱਡੀ ਤਕੀ ਨਾਲ ਸੀ ਅਤੇ ਭੱਠੀ ਦਾ ਤੌਸ ਅਤ ਵਧੀਕ ਸੀ। ਇਸੇ ਕਾਰਨ ਅੱਗ ਦੀ ਲੋ ਨੇ ਸਦਰਕ, ਮੇਸ਼ਕ ਤੇ ਅਬਦਨਗੋ ਦੇ ਚੁੱਕਣ ਵਾਲਿਆਂ ਨੂੰ ਸਾੜ ਸਿੱਟਿਆ ਸੀ। ਹੁਣ ਮੈਂ ਚਾਹੁੰਦਾ ਹਾਂ ਕਿ ਆਪ ਇਸ ਰੋਚਕ ਵਿਚਾਰ ਤੇ ਗੌਰ ਕਰੋ। ਉਹ ਸਿਪਾਹੀ ਜੋ ਕਿ ਬਾਹਰ ਗਿਰੇ ਸਨ, ਜਿੱਥੇ ਕਿ ਕੋਈ ਅੱਗ ਨਹੀਂ ਸੀ, ਉਹ ਮਾਰੇ ਗਏ ਸਨ, ਜਦੋਂ ਕਿ ਯਹੂਦੀ ਮਸੀਹ ਜੋ ਕਿ ਇਸ ਦੇ ਅੰਦਰ ਸਨ, ਜਿੱਥੇ ਅੱਗ ਮੌਜੂਦ ਸੀ, ਉਹਨਾਂ ਨੂੰ ਕੁਝ ਵੀ ਨਹੀਂ ਸੀ ਹੋਇਆ। ਕੀ ਇਹ ਰੋਚਕ ਗੱਲ ਨਹੀਂ ਸੀ? ਉਹ ਵੈਰੀ ਜਿਨ੍ਹਾਂ ਨੇ ਉਹਨਾਂ ਨੂੰ ਮਾਰਨ ਦੇ ਲਈ ਉਠਾਇਆ ਸੀ, ਉਹ ਆਪਣੇ ਆਪ ਵਿੱਚ ਮਰੇ ਹੋਏ। ਇਹ ਤਾਂ ਸੱਚ ਹੀ ਹੁੰਦਾ ਹੈ ਕਿ ਜਦੋਂ ਪਰਮੇਸ਼ਰ ਸਾਨੂੰ ਅੱਗ ਦੀ ਬਲਦੀ ਭੱਠੀ ਵਿੱਚ ਸੁੱਟਦਾ ਹੈ ਅਤੇ ਉਹ ਸਾਨੂੰ ਕਠਿਨ ਪ੍ਰੀਖਿਆਵਾਂ ਦੇ ਵਿੱਚੋਂ ਦੀ ਗੁਜ਼ਾਰਦਾ ਹੈ ਅਤੇ ਅਸੀਂ ਸੋਚਦੇ ਹਾਂ ਕਿ ਇਹ ਤਾਂ ਸਭ ਤੋਂ ਭੈੜੀ ਚੀਜ਼ ਹੈ ਜੋ ਕਦੀ ਵੀ ਵਰਤੀ ਹੋਵੇ, ਅਤੇ ਹੋ ਸਕਦਾ ਹੈ ਕਿ ਸਾਡੇ ਬੈਰੀ ਅੱਗ ਦੀਆਂ ਲਾਈਟਾਂ ਨੂੰ ਝੱਲ ਮਾਰ ਰਹੇ ਹੋਣ। ਇਸ ਤਰ੍ਹਾਂ ਉਹ ਅੱਗ ਦੀਆਂ ਲਾਈਟਾਂ ਸਾਡੇ ਆਲੇ ਦੁਆਲੇ ਵੱਧ ਰਹੀਆਂ ਹਨ। ਇਸ ਅੱਗ ਦੇ ਕਾਰਜ ਦੇ ਵਿੱਚ ਪਰਮੇਸ਼ਰ ਸਾਡੀ ਦੇਖਭਾਲ ਕਰਦਾ ਹੈ। ਇਹ ਪਹਿਲਾ ਨਤੀਜਾ ਸੀ, ਉਹਨਾਂ ਦੇ ਵੈਰੀਆਂ ਨੂੰ ਸਜ਼ਾ ਦਿੱਤੀ ਗਈ ਸੀ। ਨੰਬਰ 2, ਉਹਨਾਂ ਦੇ ਬੰਧਨ ਜੋ ਸਨ ਉਹ ਖੋਲ੍ਹੇ ਗਏ ਸਨ। ਦੂਸਰੀ ਗੱਲ ਮੈਂ ਚਾਹੁੰਦਾ ਹਾਂ ਕਿ ਆਪ ਗੌਰ ਕਰੋ ਕਿ ਉਹਨਾਂ ਦੇ ਬੰਧਨ ਖੋਲ੍ਹੇ ਗਏ ਸਨ। 21 ਐਤ ਦੇ ਵਚਨ ਬਾਰੇ ਗੌਰ ਕਰੋ। ਇਹ ਮਨੁੱਖ ਉਹਨਾਂ ਦੇ ਵਸਤਰਾਂ, ਘੁਟਨਿਆਂ, ਪੱਗਾਂ ਤੇ ਲੀੜਿਆਂ ਸਣੇ ਬੰਨੇ ਗਏ ਸਨ ਅਤੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਗਏ। ਹੁਣ 25 ਐਤ ਦੇ ਵਚਨਾਂ ਵਿੱਚ ਨਬੂਕਦਨਜ਼ਰ ਆਖਦਾ ਹੈ, ਵੇਖੋ ਮੈਂ 4 ਮਨੁੱਖਾਂ ਨੂੰ ਵੇਖਦਾ ਹਾਂ। ਇੱਥੇ ਬਾਈਬਲ ਦੇ ਵਿੱਚ ਕੀ ਲਿਖਿਆ ਗਿਆ ਹੈ? ਖੁੱਲੇ ਘੁੰਮਦੇ। ਉਹ ਬੰਨੇ ਗਏ ਸਨ, ਪਰ ਹੁਣ ਉਹ ਆਜ਼ਾਦ ਸਨ। ਆਪ ਜਾਣਦੇ ਹੋ ਕਿ ਇੱਕੋ ਹੀ ਇੱਕ ਚੀਜ਼ ਜਿਸ ਨੇ ਨਬੂਕਦਨਜ਼ਰ ਦੀ ਭੱਠੀ ਨੂੰ ਜਲਾਇਆ ਸੀ, ਉਹ ਉਸਦੀ ਆਪਣੀ ਖੁਦ ਦੀ ਰੱਸੀ ਸੀ। ਇੱਕੋ ਹੀ ਇੱਕ ਗੱਲ, ਇੱਕੋ ਹੀ ਇੱਕ ਚੀਜ਼ ਜੋ ਉਸ ਅੱਗ ਦੇ ਵਿੱਚ ਭਸਮ ਕੀਤੀ ਗਈ ਸੀ, ਉਹ ਰੱਸੀ ਸੀ ਜੋ ਕਿ ਬਾਬਲ ਦੀ ਪਾਤਸ਼ਾਹੀ ਦੀ ਸੀ, ਜਿਸ ਦਾ ਇਸਤੇਮਾਲ ਉਹਨਾਂ ਨੇ ਇਹਨਾਂ ਮਨੁੱਖਾਂ ਨੂੰ ਬੰਨ੍ਹਣ ਲਈ ਕੀਤਾ ਸੀ। ਉਸ ਅੱਗ ਨੇ ਉਸ ਰੱਸੀ ਨੂੰ ਜਲਾਉਣ ਦਾ ਕੰਮ ਕੀਤਾ ਸੀ, ਜਿਸ ਦੇ ਨਾਲ ਉਹਨਾਂ ਨੂੰ ਬੰਨ੍ਹਿਆ ਗਿਆ ਸੀ ਅਤੇ ਸੱਚਮੁੱਚ ਉਹਨਾਂ ਨੂੰ ਆਜ਼ਾਦ ਕੀਤਾ ਸੀ। ਕੀ ਇਹ ਸੱਚ ਨਹੀਂ ਹੈ ਕਿ ਅਕਸਰ ਸਾਡੇ ਦਿਲ ਦੇ ਠੀਕ ਇਹਨਾਂ ਸਮੱਸਿਆਵਾਂ ਦੇ ਦੁਆਰਾ ਡਰ ਜਾਂਦੇ ਹਨ, ਜੋ ਸਾਡੇ ਦੁਸ਼ਮਣ ਨੂੰ ਸਾਨੂੰ ਨਾਸ਼ ਕਰਨ ਲਈ ਇਸਤੇਮਾਲ ਕਰਨ ਲਈ ਖੁਆਇਸ਼ ਰੱਖਦੇ ਹਨ। ਇਸ ਦੀ ਬਜਾਏ ਉਹ ਸਾਨੂੰ ਆਜ਼ਾਦ ਕਰਦੀਆਂ ਹਨ। ਅਕਸਰ ਜੋ ਅੱਗ ਹੁੰਦੀ ਹੈ, ਇਹ ਇੰਨੀ ਗਰਮ ਹੁੰਦੀ ਹੈ ਕਿ ਅਸੀਂ ਸੋਚਦੇ ਹਾਂ ਇਹ ਤਾਂ ਸਾਨੂੰ ਭਸਮ ਕਰਨ ਜਾ ਰਹੀ ਹੈ। ਜਦੋਂ ਅਸੀਂ ਇਸ ਵਿੱਚੋਂ ਬਾਹਰ ਆਉਂਦੇ ਹਾਂ ਅਤੇ ਇਸ ਦੇ ਦੂਸਰੇ ਪਾਸੇ ਨਿਕਲ ਜਾਂਦੇ ਹਾਂ, ਅਸੀਂ ਜਾਣਦੇ ਹਾਂ ਕਿ ਕਲੀਸਿਆ ਦੀ ਵਿਧੀ ਦੇ ਵਿਚਕਾਰ ਸਾਨੂੰ ਸੱਚਮੁੱਚ ਛੁਡਾਇਆ ਅਤੇ ਅਸਲ ਵਿੱਚ ਆਜ਼ਾਦ ਕੀਤਾ ਗਿਆ ਹੈ। ਉਹ ਸਾਰੇ ਕੰਮ ਜੋ ਅਸੀਂ ਸੋਚਦੇ ਹਾਂ ਕਿ ਸਾਡੇ ਲਈ ਉਹ ਕਿੰਨੇ ਮਹੱਤਵਪੂਰਨ ਸਨ ਅਤੇ ਉਹਨਾਂ ਲਈ ਇੰਨੀ ਚਿੰਤਾ ਕਰਨਾ ਯੋਗ ਸੀ, ਉਹ ਸਭ ਜਲਾਏ ਜਾਂਦੇ ਹਨ। ਅਚਾਨਕ ਹੀ ਅਸੀਂ ਆਜ਼ਾਦ ਖੜੇ ਹੋ ਜਾਂਦੇ ਹਾਂ। ਅਸੀਂ ਠੀਕ ਠਾਕ ਹੁੰਦੇ ਹਾਂ ਅਤੇ ਅਸੀਂ ਹੈਰਾਨ ਹੁੰਦੇ ਹਾਂ ਕਿ ਕਿਵੇਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਮੈਂ ਇੰਨਾ ਜ਼ਿਆਦਾ ਜਕੜਿਆ ਗਿਆ ਸੀ। ਜਦੋਂ ਕਿ ਅੱਗ ਦੀ ਭੱਠੀ ਦੇ ਰਾਹੀਂ ਮੈਂ ਖੋਜਿਆ ਹਾਂ
ਕਿ ਅਸਲ ਵਿੱਚ ਉਹ ਕੋਈ ਵੀ ਮਾਇਨਾ ਨਹੀਂ ਰੱਖਦੀਆਂ। ਉਹਨਾਂ ਦੇ ਬੰਧਨ ਖੋਲ੍ਹੇ ਗਏ ਸਨ। ਨੰਬਰ 3, ਉਹਨਾਂ ਦੇ ਜੋ ਦਿਲ ਮਨ ਉਹ ਉਤਸ਼ਾਹਿਤ ਕੀਤੇ ਗਏ ਸਨ। ਤੀਸਰੀ ਗੱਲ ਗੌਰ ਕਰੋ, ਉਹਨਾਂ ਦੇ ਦਿਲ ਉਤਸ਼ਾਹਿਤ ਕੀਤੇ ਗਏ ਸਨ। 25 ਐਤ ਦੇ ਬਚਨ ਇਸ ਤਰ੍ਹਾਂ ਆਖਦੇ ਹਨ, ਤਾਂ ਉਸ ਨੇ ਉੱਤਰ ਦੇ ਕੇ ਆਖਿਆ, ਭਾਈ ਵੇਖੋ, ਮੈਂ 4 ਮਨੁੱਖ ਅੱਗ ਵਿੱਚ ਖੁੱਲੇ ਫਿਰਦੇ ਵੇਖਦਾ ਹਾਂ ਅਤੇ ਉਹਨਾਂ ਨੂੰ ਕੁਝ ਨਹੀਂ ਹੈ ਅਤੇ ਚੌਥੇ ਦਾ ਸਰੂਪ ਦਿਉਤੇ ਦਾ ਪੁੱਤਰ ਹੈ। ਮੈਂ ਚਾਹੁੰਦਾ ਹਾਂ ਕਿ ਆਪ ਗੌਰ ਕਰੋ, ਸ਼ਾਇਦ ਤੁਹਾਡੇ ਵਿੱਚੋਂ ਕੁਝ ਕੁ ਇਸ ਵਚਨ ਵਿੱਚੋਂ ਇਸ ਤਰ੍ਹਾਂ ਪੜ੍ਹਦੇ ਹਨ, ਚੌਥੇ ਦਾ ਸਰੂਪ ਪਰਮੇਸ਼ਰ ਦੇ ਪੁੱਤਰ ਵਰਗਾ ਸੀ। ਪਰ ਜੋ ਵਚਨ ਹੈ ਉਹ ਅਸਲ ਵਿੱਚ ਆਖਦਾ ਹੈ ਦੇਵਤਿਆਂ ਦਾ ਪੁੱਤਰ। ਇਹ ਨਬੂਕਦਨੇਜ਼ਰ ਦੀ ਭਾਸ਼ਾ ਹੈ। ਮੈਂ ਤਾਂ ਤੁਹਾਨੂੰ ਬਸ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੈਂ ਵਚਨ ਦੇ ਇਸ ਭਾਗ ਨੂੰ ਬਦਲਿਆ ਨਹੀਂ ਹੈ। ਨਬੂਕਦਨੇਜ਼ਰ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਇੱਕ ਗੈਰ ਯਹੂਦੀ ਬਾਬਲ ਦਾ ਰਹਿਣ ਵਾਲਾ ਸੀ ਅਤੇ ਉਹ ਜੇਕਰ ਉਸ ਨੂੰ ਦੇਖੇ ਵੀ ਤਦ ਵੀ ਉਸ ਨੇ ਪਰਮੇਸ਼ਰ ਦੇ ਪੁੱਤਰ ਦਾ ਨਾਂ ਨਹੀਂ ਸੀ ਲੈਣਾ। ਇਸ ਤਰ੍ਹਾਂ ਉਹ ਚੌਥਾ ਦੂਤ ਉਸ ਨੂੰ ਦੇਖਿਆ, ਇਹ ਕੁਝ ਭਿੰਨ ਸੀ। ਇਹ ਉਸ ਦੀ ਭਾਸ਼ਾ ਵਿੱਚ ਇਹਦੇ ਦੇਵਤਿਆਂ ਦਾ ਇੱਕ ਪੁੱਤਰ ਸੀ। ਅਸੀਂ ਜਾਣਦੇ ਹਾਂ ਕਿ ਇਹ ਤਾਂ ਇਸ ਤੋਂ ਵੱਧ ਕੇ ਸੀ। ਇਹ ਤਾਂ ਪਰਮੇਸ਼ਰ ਦਾ ਪੁੱਤਰ ਸੀ। ਇਹ ਸਾਡੇ ਪ੍ਰਭੂ ਦੇ ਪੁਰਾਣੇ ਨੇਮ ਵਿੱਚ ਪ੍ਰਗਟ ਹੋਣਾ ਸੀ। ਇਸ ਨੂੰ ਅਸੀਂ ਪਰਮੇਸ਼ਰ ਦਾ ਪ੍ਰਗਟਾਵਾ ਕਰਕੇ ਆਖਦੇ ਹਾਂ। ਪਰਮੇਸ਼ਰ ਪੁਰਾਣੇ ਨੇਮ ਵਿੱਚ ਪ੍ਰਗਟ ਹੋਇਆ। ਹੋ ਸਕਦਾ ਹੈ ਇਹ ਹੈਰਾਨ ਕਰਨ ਵਾਲੀ ਗੱਲ ਜਾਪੇ। ਨਬੂਕਦਨੇਜ਼ਰ ਨੇ ਯਿਸੂ ਮਸੀਹ ਦੇ ਕੁਆਰੀ ਤੋਂ ਜਨਮ ਲੈਣ ਤੋਂ ਸੈਂਕੜੇ ਵਰ੍ਹੇ ਪਹਿਲਾਂ ਹੀ ਉਸ ਅੱਗ ਦੀ ਭੱਠੀ ਵਿੱਚ ਉਸ ਨੂੰ ਵੇਖਿਆ। ਮੈਂ ਪਰਮੇਸ਼ਰ ਦੀ ਵਡਿਆਈ ਕਰਨਾ ਚਾਹੁੰਦਾ ਹਾਂ ਕਿ ਮੈਂ ਨਿਸ਼ਚਿਤ ਤੌਰ ਤੇ ਜਾਣਦਾ ਹਾਂ ਕਿ ਜਦੋਂ ਉਸ ਦੇ ਬੱਚੇ ਅੱਗ ਵਿੱਚ ਹੁੰਦੇ ਹਨ ਤਦ ਉਹ ਵੀ ਉੱਥੇ ਮੌਜੂਦ ਹੁੰਦਾ ਹੈ। ਚੌਥੇ ਦਾ ਸਰੂਪ ਹਮੇਸ਼ਾ ਹੀ ਉਸ ਦੇ ਲੋਕਾਂ ਦੇ ਨਾਲ ਹੁੰਦਾ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਉਹ ਹਮੇਸ਼ਾ ਹੀ ਪ੍ਰੀਖਿਆਵਾਂ ਦੇ ਵਿਚਕਾਰ ਹੁੰਦਾ ਹੈ। ਪ੍ਰਭੂ ਸਾਨੂੰ ਦਰਸ਼ਨ ਦਿੰਦਾ ਹੈ। ਇੱਥੇ ਇਹ ਉਹ ਮਨੁੱਖ ਹਨ ਜਿਨ੍ਹਾਂ ਨੂੰ ਕਿ ਉਹਨਾਂ ਦੇ ਮਸਕਲੀਆਂ ਦੇ ਦੁਆਰਾ ਬਾਹਰ ਸੁੱਟਿਆ ਗਿਆ ਸੀ, ਪਰ ਜਦੋਂ ਉਹਨਾਂ ਦੇ ਮਸਕਲੀਆਂ ਨੇ ਉਹਨਾਂ ਨੂੰ ਬਾਹਰ ਸੁੱਟ ਦਿੱਤਾ ਤਦ ਪ੍ਰਭੂ ਉਹਨਾਂ ਨੂੰ ਅੰਦਰ ਲਿਆਇਆ, ਠੀਕ ਜਿਸ ਤਰ੍ਹਾਂ ਮੂਸਾ ਨੇ ਪ੍ਰਭੂ ਨੂੰ ਬਲਦੀ ਹੋਈ ਝਾੜੀ ਦੇ ਵਿੱਚ ਦੇਖਿਆ ਸੀ ਅਤੇ ਪ੍ਰਭੂ ਨੇ ਆਖਿਆ ਸੀ ਕਿ ਮੈਂ ਆਪਣੇ ਲੋਕਾਂ ਦੀ ਦੁਹਾਈ ਨੂੰ ਮਿਸਰ ਵਿੱਚ ਉਹਨਾਂ ਦੀ ਗੁਲਾਮੀ ਦੇ ਵਿੱਚ ਸੁਣਿਆ ਹੈ ਅਤੇ ਮੈਂ ਤੇਰੇ ਕੋਲ ਜਾਣ ਦੇ ਲਈ ਅਤੇ ਉਹਨਾਂ ਨੂੰ ਛੁਡਾਉਣ ਦੇ ਲਈ ਆਇਆ ਹਾਂ। ਜਾਂ ਫਿਰ ਏਲੀਆ ਦੀ ਤਰ੍ਹਾਂ ਉਸ ਮਹਾਨ ਵਿਸ਼ਵਾਸ ਤੋਂ ਪਰੇ ਹੋਣ ਦੇ ਜ਼ਮਾਨੇ ਵਿੱਚ ਜਦੋਂ ਕਿ ਪ੍ਰਭੂ ਨੇ ਉਸ ਨੂੰ ਦਰਸ਼ਨ ਦਿੱਤਾ ਸੀ। ਜਾਂ ਫਿਰ ਚੇਲਿਆਂ ਦੇ ਪਾਣੀ ਉੱਤੇ ਹੋਣ ਦੀ ਤਰ੍ਹਾਂ ਜਦੋਂ ਕਿ ਯਿਸੂ ਉਹਨਾਂ ਦੇ ਕੋਲ ਹਨੇਰੀ ਦੇ ਵਗਣ ਦੇ ਦੌਰਾਨ ਆਏ ਸਨ। ਜਾਂ ਫਿਰ ਉਹਨਾਂ 2 ਮਨੁੱਖਾਂ ਦੀ ਤਰ੍ਹਾਂ ਜੋ ਰਾਹ ਵਿੱਚ ਤੁਰੇ ਜਾਂਦੇ ਸਨ, ਜੋ ਕਿ ਨਿਰਾਸ਼ ਹੋ ਚੁੱਕੇ ਸਨ, ਜਿਨ੍ਹਾਂ ਨੂੰ ਯਿਸੂ ਨੇ ਦਰਸ਼ਨ ਦਿੱਤਾ ਸੀ। ਜਾਂ ਫਿਰ ਸਤੀਫਨ ਦੀ ਤਰ੍ਹਾਂ ਜਿਸ ਨੂੰ ਪਥਰਾਓ ਕੀਤਾ ਗਿਆ ਸੀ ਅਤੇ ਉਹ ਮਿੱਟੀ ਦੇ ਵਿੱਚ ਲਹੂ ਬਹਾਉਂਦਿਆਂ ਡਿੱਗਿਆ ਹੋਇਆ ਸੀ ਅਤੇ ਉਸ ਨੇ ਪ੍ਰਭੂ ਨੂੰ ਵੇਖਿਆ ਸੀ। ਪਾਲੂਸ ਰਸੂਲ ਨੇ ਜਦੋਂ ਕਿ ਉਹ ਕਰੰਥੀਆਂ ਵਿੱਚ ਇੰਨਾ ਜ਼ਿਆਦਾ ਨਿਰਾਸ਼ ਸੀ ਕਿ ਪਰਮੇਸ਼ਰ ਨੇ ਉਸ ਨੂੰ ਆਖਿਆ, ਤੂੰ ਆਪਣੀ ਜਾਨ ਨੂੰ ਪਲੂਸ ਨਰੋਇਆ ਕਰ, ਹੌਸਲਾ ਰੱਖ, ਖੁਸ਼ਖਬਰੀ ਦਾ ਪ੍ਰਚਾਰ ਕਰ, ਕਿਉਂਕਿ ਇਹ ਇਸ ਸ਼ਹਿਰ ਵਿੱਚ ਬਹੁਤ ਸਾਰੇ ਲੋਕ ਮੇਰੇ ਲਈ ਹਨ। ਅਸੀਂ ਬਹੁਤ ਮੁਸ਼ਕਲ ਤਰੀਕਿਆਂ ਨਾਲ ਸਿੱਖਦੇ ਹਾਂ ਕਿ ਅਸੀਂ ਇਸ ਤਰ੍ਹਾਂ ਨਹੀਂ ਕਰਦੇ। ਕਦੇ-ਕਦੇ ਜਿਨ੍ਹਾਂ ਪ੍ਰੀਖਿਆਵਾਂ ਦਾ ਅਸੀਂ ਸਾਹਮਣਾ ਕਰਦੇ ਹਾਂ ਉਹ ਪਰਮੇਸ਼ਰ ਨੂੰ ਸਾਡੇ ਉੱਤੇ ਪ੍ਰਗਟ ਕਰਨ ਦੀਆਂ ਵਿਧੀਆਂ ਹੁੰਦੀਆਂ ਹਨ ਅਤੇ ਸਾਨੂੰ ਉਸ ਦੀ ਨਜ਼ਦੀਕੀ ਸੰਗਤ ਦੇ ਵਿੱਚ ਲਿਆਉਣ ਲਈ ਹੁੰਦੀਆਂ ਹਨ। ਇਹਨਾਂ ਨੂੰ ਅਸੀਂ ਕਦੇ ਵੀ ਕਿਸੇ ਹੋਰ ਤਰੀਕੇ ਨਾਲ ਨਹੀਂ ਸਿੱਖ ਸਕਦੇ। ਫਿਰ ਵੀ ਇਹ ਕਹਾਣੀ ਪਰਮੇਸ਼ਰ ਦੇ ਨੀਵੇਂ ਹੋਣ ਦੀ ਇੱਕ ਅੱਗ ਦਾ ਦ੍ਰਿਸ਼ਟਾਂਤ ਹੈ। ਪਰਮੇਸ਼ਰ ਦੀ ਇੱਕ ਮਨੁੱਖ ਦੇ ਕਾਰਜਾਂ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨ ਦੀ ਇੱਕ ਖੁਆਇਸ਼। ਬਾਈਬਲ ਵਿੱਚ ਮੇਰੇ ਨਾਲ ਮਾਨਸਿਕ ਤੌਰ ਤੇ ਜੁੜੋ ਅਤੇ ਉਹਨਾਂ ਸਮਿਆਂ ਨੂੰ ਯਾਦ ਕਰੋ ਜਦੋਂ ਪਰਮੇਸ਼ਰ ਧਰਤੀ ਉੱਤੇ ਆਇਆ ਸੀ। ਉਹ ਹੇਠਾਂ ਆਇਆ ਅਤੇ ਉਸ ਨੇ ਆਦਮ ਅਤੇ ਹਵਾ ਦੇ ਨਾਲ ਬਾਗ ਦੇ ਵਿੱਚ ਮੇਲ ਕੀਤਾ। ਕਿ ਆਪ ਨੂੰ ਯਾਦ ਹੈ, ਉਹ ਹੇਠਾਂ ਆਇਆ ਅਤੇ ਜੋ ਕਿ ਪਰਮੇਸ਼ਰ ਪ੍ਰਸਤ ਇਨਸਾਨ ਸੀ ਉਸ ਦੇ ਨਾਲ ਚੱਲਿਆ। ਪਰਮੇਸ਼ਰ ਧਰਤੀ ਉੱਤੇ ਆਇਆ ਅਤੇ ਉਸ ਨੇ ਨੂਹ ਦੇ ਨਾਲ ਗੱਲਾਂ ਕੀਤੀਆਂ। ਉਹ ਇੱਕ ਹੋਰ ਸਮੇਂ ਧਰਤੀ ਉੱਤੇ ਆਇਆ ਅਤੇ ਉਸ ਨੇ ਅਬਰਾਹਾਮ ਦੇ ਨਾਲ ਭੋਜਨ ਕੀਤਾ। ਉਹ ਯਕੂਬ ਦੇ ਨਾਲ ਘੁਲਿਆ। ਉਹ ਹੇਠਾਂ ਆਇਆ ਅਤੇ ਉਸ ਨੇ ਮੂਸਾ ਉੱਤੇ ਆਪਣੇ ਆਪ ਨੂੰ ਪ੍ਰਗਟ ਕੀਤਾ। ਉਹ ਹੇਠਾਂ ਆਇਆ ਅਤੇ ਉਸ ਨੇ ਉਜਾੜ ਵਿੱਚ ਉਸ ਮੇਲ ਵਾਲੇ ਤੰਬੂ ਅਤੇ ਹੈਕਲ ਨੂੰ ਭਰਿਆ ਸੀ। ਉਹ ਹੇਠਾਂ ਆਇਆ ਅਤੇ ਉਸ ਨੇ ਅਤੇ ਸੋਨਿਆਂ ਦੇ ਲਈ ਪਰਮੇਸ਼ਰ ਦੀ ਇੱਛਾ ਨੂੰ ਪ੍ਰਗਟ ਕੀਤਾ। ਉਹ ਹੇਠਾਂ ਆਇਆ ਅਤੇ ਉਸ ਨੇ ਉਜਾੜ ਵਿੱਚ ਇਸਰਾਇਲ ਦੀ ਅਗਵਾਈ ਕੀਤੀ। ਉਹ ਹੇਠਾਂ ਆਇਆ ਅਤੇ ਉਸ ਨੇ ਇਸਰਾਇਲ ਦੀ ਰੱਖਿਆ ਫੌਜ ਦੇ ਕਪਤਾਨ ਵਜੋਂ ਕੀਤੀ ਸੀ। ਕੀ ਆਪ ਨੂੰ ਇਹ ਯਾਦ ਹੈ? ਉਹ ਹੇਠਾਂ ਆਇਆ ਅਤੇ ਉਸ ਨੇ ਦਾਨੀਏਲ ਨੂੰ ਸ਼ੇਰਾਂ ਦੇ ਘੁਰੇ ਵਿੱਚੋਂ ਛੁਡਾਇਆ ਅਤੇ 3 ਨੌਜਵਾਨ ਬੱਚਿਆਂ ਨੂੰ ਬਲਦੀ ਭੱਠੀ ਵਿੱਚੋਂ।
ਅਤੇ ਆਖਰ ਦੇ ਵਿੱਚ ਉਹ ਹੇਠਾਂ ਆਇਆ ਅਤੇ ਇੱਕ ਚਰਨੀ ਦੇ ਵਿੱਚ ਪੈਦਾ ਹੋਇਆ ਅਤੇ ਉਸ ਨੂੰ ਖੁਰਲੀ ਦੇ ਵਿੱਚ ਰੱਖਿਆ ਗਿਆ। ਪਰਮੇਸ਼ਰ ਦੇਹਧਾਰੀ ਹੋ ਕੇ ਪ੍ਰਗਟ ਹੋਇਆ। ਇਹ ਮਸੀਹ ਦਾ ਨੀਵਾਂ ਹੋਣਾ ਹੈ। ਜੀ ਹਾਂ, ਪਰਮੇਸ਼ਰ ਦੀ ਕਿਰਪਾ, ਮਹਾਨਤਾ ਅਤੇ ਭਲਾਈ ਕਿ ਪਰਮੇਸ਼ਰ ਜੋ ਕਿ ਹੇਠਾਂ ਆਇਆ ਸੀ। ਮੈਂ ਆਪ ਨੂੰ ਆਖਣਾ ਚਾਹੁੰਦਾ ਹਾਂ ਕਿ ਇਹ ਮੇਰਾ ਅਨੁਭਵ ਹੈ ਕਿ ਪਰਮੇਸ਼ਰ ਸਾਡੀ ਪ੍ਰੀਖਿਆਵਾਂ ਅਤੇ ਸਾਡੀਆਂ ਮੁਸ਼ਕਲਾਂ ਦੇ ਸਮੇਂ ਹੇਠਾਂ ਆਉਂਦਾ ਹੈ ਅਤੇ ਭੱਠੀ ਦੇ ਵਿੱਚ ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਜੀਵਨ ਦੇ ਹੋਰ ਕਿਸੇ ਵੀ ਹਾਲਾਤਾਂ ਨਾਲੋਂ ਵੱਧ ਉਹ ਉਸ ਮਨੁੱਖ ਦੇ ਨਾਲ ਖੜਾ ਹੁੰਦਾ ਹੈ ਜਿਸ ਨੇ ਆਪਣੇ ਕਿਸੇ ਪਿਆਰ ਨੂੰ ਛੱਡਿਆ ਹੋਵੇ। ਅਤੇ ਜੇਕਰ ਉਹ ਮਸੀਹੀ ਹਨ ਤਦ ਉਹ ਕੁਝ ਇਸ ਤਰ੍ਹਾਂ ਆਖਣਗੇ ਕਿ ਮੈਂ ਪਿਛਲੇ ਇਹਨਾਂ ਦਿਨਾਂ ਵਿੱਚ ਪਰਮੇਸ਼ਰ ਦੀ ਹਜ਼ੂਰੀ ਨੂੰ ਮਹਿਸੂਸ ਕੀਤਾ ਹੈ, ਪਹਿਲਾਂ ਕਦੇ ਵੀ ਨਹੀਂ ਸੀ ਕੀਤਾ। ਜੀ ਹਾਂ, ਪਰਮੇਸ਼ਰ ਦਾ ਨੀਵਾਂ ਹੋਣਾ। ਕੀ ਆਪ ਜਾਣਦੇ ਹੋ ਕਿ ਪਰਮੇਸ਼ਰ ਸਮੱਸਿਆਵਾਂ ਦਾ ਇਸਤੇਮਾਲ ਆਪਣੇ ਆਪ ਨੂੰ ਸਾਡੀ ਨਜ਼ਦੀਕੀ ਲਿਆਉਣ ਲਈ ਕਰਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਪ੍ਰਸੰਨ ਹੁੰਦਾ ਹੈ। ਅਸੀਂ ਇਹ ਖੋਜਿਆ ਸੀ ਕਿ ਸਾਡੇ ਮਤ ਦਰਸ਼ਨ ਦੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਕੁਝ ਆਖਿਆ ਸੀ। ਪ੍ਰੋਗਰਾਮ ਦੇ ਆਰੰਭਿਕ ਦਿਨਾਂ ਵਿੱਚ ਜਦੋਂ ਅਸੀਂ ਜਾਵਾਂਗੇ ਅਤੇ ਕਿਸੇ ਨੂੰ ਮਿਲਾਂਗੇ ਤਾਂ ਉਹ ਤਾਂ ਦਿਲਚਸਪੀ ਨਹੀਂ ਸੀ ਰੱਖ ਰਹੇ। ਅਸੀਂ ਵਾਪਸ ਆਵਾਂਗੇ ਅਤੇ ਅਸੀਂ ਆਪਣੇ ਪ੍ਰਚਾਰ ਦੀ ਸਭਾ ਵਿੱਚ ਇਸ ਦੀ ਰਿਪੋਰਟ ਦਵਾਂਗੇ ਅਤੇ ਕੋਈ ਇਸ ਤਰ੍ਹਾਂ ਆਖੇਗਾ, ਜੀ ਹਾਂ, ਅਸੀਂ ਉੱਥੇ ਗਏ ਅਤੇ ਉਹ ਦਿਲਚਸਪੀ ਨਹੀਂ ਸੀ ਰੱਖ ਰਹੇ। ਇਸ ਤਰ੍ਹਾਂ ਉਹ ਸਾਡੇ ਲਈ ਕੋਈ ਸੰਪਰਕ ਨਹੀਂ ਸੀ। ਅਸੀਂ ਉਹਨਾਂ ਦਾ ਕਾਰਡ ਆਪਣੀ ਫਾਈਲ ਦੇ ਵਿੱਚੋਂ ਕੱਢਾਂਗੇ ਅਤੇ ਆਖਾਂਗੇ ਕਿ ਅਸੀਂ ਦੁਬਾਰਾ ਵਾਪਸ ਨਹੀਂ ਜਾਵਾਂਗੇ। ਫਿਰ ਅਸੀਂ ਕੁਝ ਖੋਜਣ ਦਾ ਆਰੰਭ ਕਰਦੇ ਹਾਂ। ਸਾਨੂੰ ਤਾਂ ਦੁਬਾਰਾ ਫਿਰ ਇਸ ਨੂੰ ਕਰਨਾ ਪੈਣਾ ਹੈ। ਸਿਰਫ ਲਗਭਗ 1 ਸਾਲ ਦੇ ਦੌਰਾਨ ਅਸੀਂ ਦੁਬਾਰਾ ਫਿਰ ਵਾਪਸ ਜਾਂਦੇ ਹਾਂ। ਆਪ ਵਿਸ਼ਵਾਸ ਨਹੀਂ ਕਰ ਸਕਦੇ ਉਹਨਾਂ ਗੱਲਾਂ ਦੇ ਉੱਤੇ ਜੋ ਇੱਕ ਵਿਅਕਤੀ ਦੇ ਜੀਵਨ ਨੂੰ 1 ਸਾਲ ਤੋਂ ਲੈ ਕੇ ਦੂਜੇ ਸਾਲ ਤੱਕ ਇੰਨਾ ਬਦਲ ਦਿੰਦੀਆਂ ਹਨ ਕਿ ਉਹ ਪਰਮੇਸ਼ਰ ਦੇ ਲਈ ਆਪਣੇ ਆਪ ਨੂੰ ਖੋਲ ਦਿੰਦੇ ਹਨ। ਮੈਂ ਇਸ ਹਫ਼ਤੇ ਪੜ੍ਹਿਆ ਅਤੇ ਮੈਂ ਇਸ ਕਿਤਾਬ ਨੂੰ ਵੇਖਿਆ ਜੋ ਇੱਕ ਅਮਰੀਕਨ ਵਿਅਕਤੀ ਦੇ ਦੁਆਰਾ ਲਿਖੀ ਗਈ ਸੀ ਜੋ ਕਿ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਲੜਾਈ ਲੜ ਰਿਹਾ ਸੀ। ਉਸ ਨੇ ਇਸ ਕਵਿਤਾ ਆਪਣੀ ਮਾਂ ਲਈ ਲਿਖੀ ਸੀ। ਇਹ ਉਸ ਦੇ ਮਾਰੇ ਜਾਣ ਤੋਂ ਬਾਅਦ ਉਸ ਦੀ ਦੇਹ ਉੱਤੇ ਰੱਖ ਗਈ ਹੋਈ ਸੀ। ਇਹ ਉਸ ਸਭ ਨੂੰ ਪ੍ਰਗਟ ਕਰਦੀ ਹੈ ਜੋ ਕੁਝ ਮੈਂ ਆਖਣ ਦੀ ਖੁਆਇਸ਼ ਕਰ ਰਿਹਾ ਹਾਂ ਕਿ ਕਿਵੇਂ ਪਰਮੇਸ਼ਰ ਸਾਡੇ ਜੀਵਨ ਦੇ ਸਮਰਪਣ ਦੇ ਵਿੱਚ ਸਾਨੂੰ ਮਿਲਦਾ ਹੈ। ਇਹੋ ਹੀ ਹੈ ਜੋ ਉਸ ਨੇ ਲਿਖਿਆ ਸੀ। ਇਹ ਜ਼ਿਆਦਾ ਅੱਛੀ ਕਿਤਾਬ ਨਹੀਂ ਹੈ ਪਰ ਇਹ ਇਸ ਸੱਚਾਈ ਦਾ ਇੱਕ ਬਹੁਤ ਵੱਡਾ ਦ੍ਰਿਸ਼ਟਾਂਤ ਹੈ। ਹੇ ਪ੍ਰਭੂ ਪਰਮੇਸ਼ਰ, ਮੈਂ ਕਦੇ ਵੀ ਤੇਰੇ ਨਾਲ ਗੱਲ ਨਹੀਂ ਕੀਤੀ ਪਰ ਹੁਣ ਮੈਂ ਇਹ ਆਖਣਾ ਚਾਹੁੰਦਾ ਹਾਂ ਕਿ ਆਪ ਕਿਵੇਂ ਹੋ। ਗੌਰ ਕਰੋ, ਹੇ ਪਰਮੇਸ਼ਰ, ਉਹਨਾਂ ਮੈਨੂੰ ਆਖਿਆ ਸੀ ਕਿ ਤੇਰੀ ਕੋਈ ਹੋਂਦ ਨਹੀਂ ਹੈ ਅਤੇ ਇੱਕ ਮੂਰਖ ਦੀ ਤਰ੍ਹਾਂ ਮੈਂ ਇਸ ਸਭ ਉੱਤੇ ਵਿਸ਼ਵਾਸ ਕਰ ਲਿਆ ਸੀ। ਪਿਛਲੀ ਰਾਤ ਮੈਂ ਆਪਣੇ ਮੋਰਚੇ ਵਿੱਚੋਂ ਅਸਮਾਨ ਵੱਲ ਤੱਕਿਆ ਅਤੇ ਮੈਂ ਇਹ ਜਾਣ ਲਿਆ ਕਿ ਉਹ ਤਾਂ ਬਸ ਮੈਨੂੰ ਝੂਠ ਆਖ ਰਹੇ ਸਨ। ਜੇਕਰ ਮੈਂ ਉਹਨਾਂ ਚੀਜ਼ਾਂ ਨੂੰ ਵੇਖਣ ਵਿੱਚ ਸਮਾਂ ਬਿਤਾਇਆ ਹੁੰਦਾ ਜੋ ਆਪ ਨੇ ਰਚੀਆਂ ਹਨ ਤਦ ਮੈਂ ਜਾਣ ਲਿਆ ਹੁੰਦਾ ਕਿ ਉਹ ਸੱਚ ਨਹੀਂ ਆਖ ਰਹੇ। ਮੈਂ ਹੈਰਾਨ ਹੁੰਦਾ ਹਾਂ, ਹੇ ਪਰਮੇਸ਼ਰ, ਜੇਕਰ ਆਪ ਮੇਰੇ ਹੱਥ ਨੂੰ ਆਪਣੇ ਹੱਥ ਵਿੱਚ ਲਵੋ, ਮੈਂ ਉਸ ਨੂੰ ਮਹਿਸੂਸ ਕਰ ਲਿਆ ਹੈ ਜਿਸ ਨੂੰ ਆਪ ਸਮਝ ਲਵੋ। ਕਿੰਨਾ ਅਜੀਬ ਹੈ ਕਿ ਮੈਨੂੰ ਇਸ ਨਰਕ ਵਰਗੇ ਸਥਾਨ ਤੋਂ ਸੌਣਾ ਪਿਆ ਇਸ ਤੋਂ ਪਹਿਲਾਂ ਕਿ ਮੈਂ ਤੇਰੇ ਚਿਹਰੇ ਨੂੰ ਵੇਖਣ ਲਈ ਆਇਆ ਹੁੰਦਾ। ਜੀ ਹਾਂ, ਮੇਰਾ ਕਾਫਾ ਹੈ ਕਿ ਮੇਰੇ ਕੋਲ ਹੋਰ ਕੁਝ ਜ਼ਿਆਦਾ ਆਖਣ ਲਈ ਨਹੀਂ ਹੈ ਪਰ ਮੈਂ ਬਹੁਤ ਖੁਸ਼ ਹਾਂ ਪਰਮੇਸ਼ਰ ਕਿ ਮੈਂ ਅੱਜ ਆਪ ਨੂੰ ਮਿਲਿਆ ਹਾਂ। ਮੇਰਾ ਕਾਫਾ ਹੈ ਕਿ ਉਹ ਸਮਾਂ ਜਲਦੀ ਹੀ ਆ ਢੁਕੇਗਾ ਪਰ ਮੈਨੂੰ ਇਸ ਦਾ ਕੋਈ ਡਰ ਨਹੀਂ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਤੂੰ ਮੇਰੇ ਨਾਲ ਹੈ। ਫਿਰ ਇਸ਼ਾਰਾ ਹੁੰਦਾ ਹੈ, ਜੀ ਹਾਂ, ਹੇ ਪਰਮੇਸ਼ਰ, ਮੈਨੂੰ ਜਾਣਾ ਪੈਣਾ ਹੈ। ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਆਪ ਦੇ ਬਾਰੇ ਜਾਣਾ। ਵੇਖ, ਇਹ ਹੁਣ ਇੱਕ ਭਿਆਨਕ ਯੁੱਧ ਹੋਵੇਗਾ। ਕੌਣ ਜਾਣਦਾ ਹੈ, ਹੋ ਸਕਦਾ ਹੈ ਮੈਂ ਅੱਜ ਰਾਤ ਤੇਰੇ ਘਰ ਦੇ ਵਿੱਚ ਆ ਜਾਵਾਂ। ਭਾਵੇਂ ਇਸ ਤੋਂ ਪਹਿਲਾਂ ਮੇਰੇ ਸੰਬੰਧ ਤੇਰੇ ਨਾਲ ਦੋਸਤਾਨਾ ਨਹੀਂ ਸਨ। ਮੈਂ ਹੈਰਾਨ ਹੁੰਦਾ ਹਾਂ, ਹੇ ਪਰਮੇਸ਼ਰ, ਜੇਕਰ ਆਪ ਦਰਵਾਜ਼ੇ ਤੇ ਖੜਾ ਮੇਰੀ ਇੰਤਜ਼ਾਰ ਕਰ ਰਿਹਾ ਹੋਵੇ। ਮੈਂ ਦੁਹਾਈ ਦੇ ਰਿਹਾ ਹਾਂ, ਮੈਂ ਹੰਝੂ ਬਹਾ ਰਿਹਾ ਹਾਂ। ਮੇਰੀ ਇੱਛਾ ਹੈ ਕਿ ਇਹਨਾਂ ਵਰ੍ਹਿਆਂ ਦੇ ਦੌਰਾਨ ਮੈਂ ਆਪ ਨੂੰ ਜਾਣ ਲਿਆ ਹੈ। ਜੀ ਹਾਂ ਪਰਮੇਸ਼ਰ, ਹੁਣ ਮੈਨੂੰ ਜਾਣਾ ਪੈਣਾ ਹੈ। ਅਲਵਿਦਾ। ਕਿੰਨਾ ਅਜੀਬ ਹੈ ਕਿ ਆਪ ਨੂੰ ਮਿਲਣ ਤੋਂ ਬਾਅਦ ਮੈਨੂੰ ਹੁਣ ਮਰਨ ਦਾ ਡਰ ਨਹੀਂ। ਪਰ ਉਹ ਵਿਅਕਤੀ ਪਰਮੇਸ਼ਰ ਨੂੰ ਕਿੱਥੇ ਮਿਲਿਆ? ਯੁੱਧ ਵਿੱਚ, ਇੱਕ ਮੋਰਚੇ ਵਿੱਚੋਂ, ਜਦੋਂ ਕਿ ਉਹ ਮਾਰੇ ਜਾਣ ਦੇ ਲਈ ਤਿਆਰ ਸੀ। ਅੱਗ ਦੇ ਉਸ ਪਰਮੇਸ਼ਰ ਨੂੰ ਮਿਲਿਆ ਸੀ। ਮੈਂ ਆਖਣ ਲਈ, ਹੇ ਲੋਕੋ, ਕੁਝ ਜ਼ਿਆਦਾ ਸਮਾਂ ਲਗਾਉਂਦਾ ਹਾਂ
ਕਿ ਆਪ ਵਿੱਚੋਂ ਕੁਝ ਠੀਕ ਇਸ ਸਮੇਂ ਭਿਆਨਕ ਅੱਗ ਦੇ ਵਿੱਚੋਂ ਗੁਜ਼ਰ ਰਹੇ ਹੋ, ਜਿਸ ਦੇ ਵਿੱਚ ਆਪ ਆਪਣੇ ਜੀਵਨ ਨੂੰ ਆਪਣੇ ਖੁਦ ਦੇ ਹਾਲਾਤਾਂ ਵਿੱਚ ਜੀ ਰਹੇ ਹੋ। ਆਪ ਨਹੀਂ ਜਾਣਦੇ ਕੀ ਕੁਝ ਵਾਪਰ ਰਿਹਾ ਹੈ। ਹੋ ਸਕਦਾ ਹੈ ਕਿ ਮੈਨੂੰ ਆਪ ਨਾਲ ਇਹ ਵੰਡਣਾ ਚਾਹੀਦਾ ਹੈ ਕਿ ਸ਼ਾਇਦ ਪਰਮੇਸ਼ਰ ਨੇ ਇਸ ਨੂੰ ਇੱਕ ਬਹੁਤ ਸਤਾਇਆ ਹੈ, ਤਾਂ ਕਿ ਉਹ ਆਪ ਦੇ ਧਿਆਨ ਨੂੰ ਆਪਣੇ ਵੱਲ ਖਿੱਚ ਸਕੇ, ਤਾਂ ਕਿ ਆਪ ਸੁਣੋ ਜਦੋਂ ਉਹ ਆਪ ਦੇ ਦਿਲ ਦੇ ਦਰਵਾਜ਼ੇ ਨੂੰ ਖੜਕਾਉਂਦਾ ਹੈ। ਨੰਬਰ 4, ਉਹਨਾਂ ਦੇ ਜੀਵਨ ਦੀ ਸੁਰੱਖਿਆ ਬਣਾਏ ਗਏ ਹਨ। ਮੈਂ ਚਾਹੁੰਦਾ ਹਾਂ ਕਿ ਆਪ ਗੌਰ ਕਰੋ ਕਿ ਚੌਥਾ ਨਤੀਜਾ ਇਹ ਸੀ ਕਿ ਉਹਨਾਂ ਦੇ ਜੀਵਨ ਦੀ ਸੁਰੱਖਿਆ ਬਣਾਏ ਗਏ ਸਨ। ਉਹ ਅੱਗ ਤੋਂ ਵੀ ਨਹੀਂ ਸੀ ਬਚਾਏ ਗਏ। ਅਸਲ ਵਿੱਚ ਮੈਂ ਇਸ ਦੀ ਕਲਪਨਾ ਨਹੀਂ ਕਰ ਸਕਦਾ ਕਿ ਇਹਨਾਂ ਤਿੰਨਾਂ ਨੌਜਵਾਨਾਂ ਲਈ ਇਹ ਕਿਹੋ ਜਿਹਾ ਸੀ। ਅਸਲ ਵਿੱਚ ਉਹਨਾਂ ਵਿਸ਼ਵਾਸ ਕੀਤਾ ਸੀ ਆਪਣੇ ਦਿਲਾਂ ਵਿੱਚ ਕਿ ਪਰਮੇਸ਼ਰ ਉਹਨਾਂ ਨੂੰ ਅੱਗ ਤੋਂ ਬਚਾਉਣ ਜਾ ਰਿਹਾ ਸੀ। ਮੇਰਾ ਭਾਵ ਹੈ ਉਹਨਾਂ ਨੇ ਅਸਲ ਵਿੱਚ ਇਸ ਤਰ੍ਹਾਂ ਆਖਿਆ ਸੀ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਰ ਇਸ ਤਰ੍ਹਾਂ ਕਰਨ ਦੇ ਯੋਗ ਹੈ। ਹੁਣ ਉਹ ਸਾਰੇ ਵਸਤਰ ਪਹਿਨੇ ਹੋਏ ਹਨ ਅਤੇ ਹੁਣ ਉਹਨਾਂ ਨੂੰ ਪੂਰੀ ਤਰ੍ਹਾਂ ਬੰਨ੍ਹਿਆ ਗਿਆ ਹੈ ਅਤੇ ਹੁਣ ਇਹਨਾਂ ਤਿੰਨਾਂ ਵੱਡੇ ਪਹਿਲਵਾਨਾਂ ਦੇ ਦੁਆਰਾ ਚੁੱਕ ਕੇ ਅੱਗ ਦੇ ਲਾਗੇ ਲਿਜਾਇਆ ਗਿਆ ਹੈ। ਮੈਂ ਨਹੀਂ ਜਾਣਦਾ ਇਹ ਕਿੱਥੇ ਸੀ, ਪਰ ਕਿਧਰੇ ਉਸ ਅੱਗ ਦੀ ਭੱਠੀ ਦੇ ਵਿੱਚ ਕੁਚਲੇ ਜਾਣ ਦੇ ਕਾਰਜ ਦੇ ਵਿੱਚ ਉਹਨਾਂ ਨੇ ਇਹ ਜਾਣਨਾ ਆਰੰਭ ਕੀਤਾ ਸੀ ਕਿ ਪਰਮੇਸ਼ਰ ਇੱਕ ਹੋਰ ਯੋਜਨਾ ਦਾ ਇਸਤੇਮਾਲ ਕਰਨ ਜਾ ਰਿਹਾ ਹੈ, ਨਾ ਕਿ ਪਹਿਲੀ ਯੋਜਨਾ ਦਾ। ਠੀਕ ਹੈ, ਪਰਮੇਸ਼ਰ ਦੂਸਰੀ ਯੋਜਨਾ ਕੀ ਹੈ? ਪਰ ਆਪ ਜਾਣਦੇ ਹੋ ਉਹਨਾਂ ਨੇ ਉਹਨਾਂ ਦੇ ਨਾਲ ਸਭ ਤੋਂ ਵੱਧ ਉਤੇਜਿਤ ਗੱਲ ਇਹਨਾਂ ਦੇ ਨਾਲ ਵਰਤਦਿਆਂ ਵੇਖੀ ਸੀ। ਉਹ ਅੱਗ ਤੋਂ ਨਹੀਂ ਬਚਾਏ ਗਏ ਸਨ, ਉਹ ਤਾਂ ਅੱਗ ਦੇ ਰਾਹੀਂ ਬਚਾਏ ਗਏ ਸਨ। ਪਰਮੇਸ਼ਰ ਨੇ ਉਹਨਾਂ ਨੂੰ ਬਚਾਇਆ ਸੀ ਕਿ ਉਹ ਇਸ ਦਾ ਅਨੁਭਵ ਕਰਨ ਕਿ ਆਖਰ ਵਿੱਚ ਸੰਭਾਲੇ ਜਾਣਾ ਕਿਸ ਤਰ੍ਹਾਂ ਹੁੰਦਾ ਹੈ। ਉਹਨਾਂ ਨੇ ਕੋਈ ਸ਼ਿਕਾਇਤ ਨਹੀਂ ਸੀ ਕੀਤੀ, ਉਹਨਾਂ ਨੇ ਕੋਈ ਦਰਦ ਮਹਿਸੂਸ ਨਹੀਂ ਸੀ ਕੀਤਾ ਅਤੇ ਅੱਗ ਨੇ ਉਹਨਾਂ ਨੂੰ ਨਹੀਂ ਸੀ ਜਲਾਇਆ ਅਤੇ ਧੂਏ ਨੇ ਉਹਨਾਂ ਲਈ ਕੋਈ ਪਰੇਸ਼ਾਨੀ ਨਹੀਂ ਸੀ ਲਿਆਂਦੀ। ਇਬਰਾਨੀਆਂ ਦੀ ਪੁਸਤਕ 11 ਅਧਿਆਇ ਉਸ ਦੀ 34 ਐਤ, ਮੈਂ ਵਿਸ਼ਵਾਸ ਕਰਦਾ ਹਾਂ ਇਹ ਇਹਨਾਂ ਦਾ ਜ਼ਿਕਰ ਕਰਦੀ ਹੈ। ਜਦੋਂ ਇੱਥੇ ਆਖਿਆ ਗਿਆ ਹੈ ਨੇਚਾ ਦੇ ਦੁਆਰਾ ਉਹਨਾਂ ਨੇ ਅੱਗ ਦੇ ਤਾਉ ਨੂੰ ਠੰਡਾ ਕੀਤਾ। ਉਹ ਅੱਗ ਤੋਂ ਨਹੀਂ ਸੀ ਬਚਾਏ, ਉਹਨਾਂ ਨੇ ਅੱਗ ਦੇ ਤਾਉ ਨੂੰ ਬਸ ਠੰਡਿਆ ਕਰ ਦਿੱਤਾ ਸੀ। ਇਸ ਤਰ੍ਹਾਂ ਜਦੋਂ ਰਾਜੇ ਨੇ ਅੰਦਰ ਤੱਕਿਆ ਤਦ ਉਸਨੇ 4 ਹੈਰਾਨੀਆਂ ਨੂੰ ਵੇਖਿਆ। ਸਭ ਤੋਂ ਪਹਿਲਾਂ ਉਹ ਆਜ਼ਾਦ ਸਨ, ਉਹ ਬੰਨੇ ਹੋਏ ਨਹੀਂ ਸਨ। ਦੂਸਰੀ ਗੱਲ, ਉਹ ਚੱਲਦੇ ਫਿਰਦੇ ਸਨ, ਨਾ ਕਿ ਲੇਟੇ ਹੋਏ। ਤੀਸਰੀ ਗੱਲ, ਉਹ 4 ਜਣੇ ਸਨ, ਨਾ ਕਿ 3 ਜਣੇ। ਚੌਥੀ ਗੱਲ, ਉਹਨਾਂ ਦੇ ਵਿਚਕਾਰ ਦਰਦ ਦਾ ਕੋਈ ਪ੍ਰਗਟਾਵਾ ਨਹੀਂ ਸੀ। ਇਹ ਨੌਜਵਾਨ ਵਚਨ ਦੇ ਅਨੁਸਾਰ ਚੱਲਦੇ ਫਿਰਦੇ ਪ੍ਰਭੂ ਨਾਲ ਗੱਲ ਕਰ ਰਹੇ ਸਨ ਅਤੇ ਜੀਵਨ ਦੀਆਂ ਗੱਲਾਂ ਕਰਦਿਆਂ ਉਹ ਅੱਛਾ ਸਮਾਂ ਬਤੀਤ ਕਰ ਰਹੇ ਸਨ। ਜੀ ਹਾਂ, ਇਹ ਤਾਂ ਸਾਡੇ ਆਲੇ ਦੁਆਲੇ ਤਪਦੀ ਅੱਗ ਹੈ। ਉਹ ਤਾਂ ਸੰਗਤ ਦਾ ਇੱਕ ਅੱਛਾ ਸਮਾਂ ਗੁਜ਼ਾਰ ਰਹੇ ਸਨ। ਰਾਜਾ ਅੰਦਰ ਤੱਕਦਾ ਹੈ ਅਤੇ ਆਪਣੀ ਨਜ਼ਰ ਉੱਤੇ ਬਸ ਵਿਸ਼ਵਾਸ ਨਹੀਂ ਸੀ ਕਰ ਸਕਦਾ ਅਤੇ ਅਸੀਂ ਵਚਨ ਵਿੱਚ ਪੜ੍ਹਦੇ ਹਾਂ ਕਿ ਜਦੋਂ ਉਹ ਅੱਗ ਵਿੱਚੋਂ ਬਾਹਰ ਆਏ ਤਦ ਉਹਨਾਂ ਨੇ ਪਰਖਿਆ ਗਿਆ ਸੀ ਅਤੇ ਉਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਸੀ ਹੋਇਆ। ਉਹਨਾਂ ਦੇ ਵਾਲ ਨਹੀਂ ਸੀ ਝੁਲਸੇ, ਉਹਨਾਂ ਦੇ ਵਸਤਰ ਨਹੀਂ ਸੀ ਬਦਲੇ ਅਤੇ ਉਹਨਾਂ ਦੇ ਕੱਪੜਿਆਂ ਵਿੱਚੋਂ ਧੂਏ ਦੀ ਬੋ ਨਹੀਂ ਸੀ ਆਉਂਦੀ। ਆਪ ਜਾਣਦੇ ਹੋ ਕਿ ਅਸੀਂ ਇੱਥੇ ਇੱਕ ਭਜਨ ਗਾਉਂਦੇ ਹਾਂ। ਉਹ ਭਜਨ ਹੈ, ਕਿੰਨੀ ਸਥਿਰ ਨੀਂਹ ਇਹ ਹੈ ਜਦੋਂ ਅੱਗ ਦੀਆਂ ਪ੍ਰੀਖਿਆਵਾਂ ਦੇ ਰਾਹੀਂ ਤੁਹਾਡਾ ਰਾਹ ਦਾ ਗੁਜ਼ਰਨਾ ਹੋਵੇ। ਮੇਰੀ ਕਿਰਪਾ ਤੇਰੇ ਲਈ ਕਾਫੀ ਹੋਵੇਗੀ, ਲਾਟ ਤੈਨੂੰ ਨਾ ਜਲਾਵੇਗੀ। ਮੈਂ ਤਾਂ ਬਸ ਉਸ ਖੋਲ ਨੂੰ ਭਸਮ ਕਰ ਰਿਹਾ ਹਾਂ ਅਤੇ ਤੇਰੇ ਸੋਨੇ ਨੂੰ ਸ਼ੁੱਧ ਕਰਨ ਲਈ ਠੀਕ ਇਹੋ ਹੀ ਹੈ। ਇਹਨਾਂ ਨੌਜਵਾਨਾਂ ਦੇ ਨਾਲ ਵਰਪਿਆ ਸੀ। ਉਹ ਅੱਗ ਦੇ ਠੀਕ ਵਿਚਕਾਰ ਨਹੀਂ ਜਲਾਏ ਗਏ ਸਨ। ਜੇਕਰ ਆਪ ਇਸ ਦੀ ਇੱਕ ਅੱਛੀ ਰੂਪ ਰੇਖਾ ਦੀ ਖੁਆਇਸ਼ ਰੱਖਦੇ ਹੋ ਤਦ ਇਹ ਇਸ ਤਰ੍ਹਾਂ ਹੈ, ਨਾ ਝੁਕਦੇ ਹੋਏ, ਨਾ ਨੀਵੇਂ ਹੁੰਦੇ ਹੋਏ ਅਤੇ ਨਾ ਜਲਾਏ ਹੋਏ। ਆਮੀਨ, ਆਮੀਨ। ਉਹਨਾਂ ਦਾ ਪਰਮੇਸ਼ਰ ਉੱਚਾ ਕੀਤਾ ਗਿਆ ਸੀ। ਹੁਣ ਮੈਂ ਚਾਹੁੰਦਾ ਹਾਂ ਕਿ ਆਪ 5ਵੇਂ ਨਤੀਜੇ ਵੱਲ ਗੌਰ ਕਰੋ। ਉਹਨਾਂ ਦਾ ਪਰਮੇਸ਼ਰ ਉੱਚਾ ਕੀਤਾ ਗਿਆ ਸੀ। ਨੰਬਰ 5, ਮੈਨੂੰ ਇਹ ਬਹੁਤ ਹੀ ਪਿਆਰਾ ਲੱਗਦਾ ਹੈ। ਆਪਣੀਆਂ ਬਾਈਬਲਾਂ ਵਿੱਚ ਦਾਨੀਏਲ ਨਬੀ ਦੀ ਪੁਸਤਕ 3 ਅਧਿਆਇ ਉਸ ਦੀ 15 ਐਤ ਵੱਲ ਵਾਪਸ ਆਓ। ਹੁਣ ਇੱਥੇ ਨਬੂਕਦਨਜ਼ਰ ਬਹੁਤ ਮਹਾਨ ਗੱਲਾਂ ਕਰਨ ਵਾਲਾ ਹੈ। ਇਸ ਐਤ ਦੇ ਆਖਰੀ ਭਾਗ ਵਿੱਚ ਉਹ ਉਸ ਬਾਰੇ ਗੱਲਾਂ ਕਰ ਰਿਹਾ ਹੈ ਜੋ ਕੁਝ ਉਹ ਕਰਨ ਜਾ ਰਿਹਾ ਹੈ। ਉਹ ਉਹਨਾਂ ਨੂੰ ਅੱਗ ਦੀ ਭੱਠੀ ਵਿੱਚ ਸੁੱਟਣ ਜਾ ਰਿਹਾ ਹੈ। ਉਹ ਆਖਦਾ ਹੈ, ਤੁਸੀਂ ਲੋਕ ਨਹੀਂ ਜਾਣਦੇ ਤੁਸੀਂ ਕਿਸ ਨਾਲ
ਮੁਕਾਬਲਾ ਕਰ ਰਹੇ ਹੋ। ਮੈਂ ਨਮੁਕਰ ਨਜ਼ਰ ਇਸ ਦੇਸ਼ ਵਿੱਚ ਵੱਡਾ ਆਦਮੀ ਹਾਂ। ਤੁਸੀਂ ਮੇਰੇ ਨਾਲ ਮੁਕਾਬਲਾ ਕਰਨ ਦੀ ਖੁਆਇਸ਼ ਨਾ ਰੱਖੋ ਅਤੇ ਮੈਂ ਤੁਹਾਨੂੰ ਅੱਗ ਦੀ ਭੱਠੀ ਵਿੱਚ ਸੁੱਟਣ ਜਾ ਰਿਹਾ ਹਾਂ ਅਤੇ ਉਹ ਕਿਹੜਾ ਪਰਮੇਸ਼ਰ ਹੈ ਜੋ ਮੇਰੇ ਹੱਥੋਂ ਤੁਹਾਨੂੰ ਛੁਡਾ ਲਵੇਗਾ। ਹੁਣ 29 ਐਤ ਦੇ ਵਚਨ ਕੋਲ ਆਓ। ਇਸ ਕਰਕੇ ਮੈਂ ਇਹ ਹੁਕਮ ਜਾਰੀ ਕਰਦਾ ਹਾਂ ਕਿ ਜੋ ਲੋਕ ਜਾਂ ਕੌਮਾਂ ਜਾਂ ਭਾਖਿਆ ਸ਼ਦਰਕ ਮੇਸ਼ਕ ਅਤੇ ਅਬਦਨਗੋ ਦੇ ਪਰਮੇਸ਼ਰ ਦੇ ਵਿਰੁੱਧ ਕੋਈ ਬੁਰੀ ਗੱਲ ਆਖਣਗੀਆਂ ਤਾਂ ਉਹਨਾਂ ਦੇ ਟੁਕੜੇ ਟੁਕੜੇ ਕੀਤੇ ਜਾਣਗੇ ਅਤੇ ਉਹਨਾਂ ਦੇ ਘਰ ਕੂੜੇ ਦੇ ਢੇਰ ਹੋ ਜਾਣਗੇ, ਕਿਉਂ ਜੋ ਹੋਰ ਕੋਈ ਦੇਵਤਾ ਨਹੀਂ ਜਿਹੜਾ ਇਸ ਪ੍ਰਕਾਰ ਬਚਾ ਸਕੇ। 15 ਐਤ ਵਿੱਚ ਉਹ ਇਹ ਮਹਾਨ ਸਵਾਲ ਪੁੱਛਦਾ ਹੈ ਅਤੇ 29 ਐਤ ਵਿੱਚ ਉਹ ਉਸ ਦਾ ਉੱਤਰ ਦਿੰਦਾ ਹੈ। ਕੀ ਇਹ ਰੋਚਕ ਗੱਲ ਨਹੀਂ ਹੈ? ਅਤੇ ਪਰਮੇਸ਼ਰ ਉੱਚਾ ਕੀਤਾ ਗਿਆ ਹੈ। ਆਪ ਗੌਰ ਕਰੋ, ਜਦੋਂ ਰਾਜੇ ਨੇ ਅੱਗ ਦੇ ਵਿੱਚ ਤੱਕਿਆ ਤਦ ਉਸ ਨੇ ਪਰਮੇਸ਼ਰ ਨੂੰ ਵੇਖਿਆ। ਉਸ ਨੇ ਪਰਮੇਸ਼ਰ ਨੂੰ ਪਰਮੇਸ਼ਰ ਦੀ ਸਜ਼ਾ ਦੇ ਵਿੱਚ 22 ਐਤ ਵਿੱਚ ਦੇਖਦਾ ਹੈ। ਉਸ ਨੇ ਪਰਮੇਸ਼ਰ ਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ 25 ਐਤ ਵਿੱਚ ਵੇਖਿਆ। ਉਸ ਨੇ ਪਰਮੇਸ਼ਰ ਨੂੰ ਪਰਮੇਸ਼ਰ ਦੀ ਸੁਰੱਖਿਆ ਵਿੱਚ 25 ਐਤ ਵਿੱਚ ਵੇਖਿਆ, ਪਰ ਉਸ ਨੇ ਪਰਮੇਸ਼ਰ ਨੂੰ ਪਰਮੇਸ਼ਰ ਦੀ ਸ਼ਕਤੀ ਵਿੱਚ 27 ਐਤ ਵਿੱਚ ਵੇਖਿਆ। ਜਦ ਰਾਜੇ ਨੇ ਅੱਗ ਵਿੱਚ ਵੇਖਿਆ ਤਦ ਜੋ ਕੁਝ ਉਸ ਨੇ ਵੇਖਿਆ ਸੀ ਉਹ ਪਰਮੇਸ਼ਰ ਸੀ। ਉਸ ਨੇ ਤਾਂ ਜਾਣਿਆ ਹੀ ਨਹੀਂ ਸੀ ਕਿ ਇਹ ਉਹੀ ਸੀ, ਪਰ ਉਸ ਨੇ ਪਰਮੇਸ਼ਰ ਨੂੰ ਵੇਖਿਆ। ਕਿ ਹੇ ਲੋਕੋ, ਮੈਂ ਇਹ ਆਖ ਸਕਦਾ ਹਾਂ ਕਿ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਇਹੋ ਹੀ ਹੈ ਜਿੱਥੇ ਲੋਕ ਪਰਮੇਸ਼ਰ ਨੂੰ ਸਾਡੇ ਅੰਦਰ ਕਿਸੇ ਹੋਰ ਸਥਾਨ ਨਾਲੋਂ ਜ਼ਿਆਦਾ ਵੇਖਦੇ ਹਨ। ਜਦੋਂ ਅਸੀਂ ਅੱਗ ਵਿੱਚ ਹੁੰਦੇ ਹਾਂ ਤਦ ਉਸ ਪਰਮੇਸ਼ਰ ਨੂੰ ਆਪਣੇ ਅੰਦਰ ਵੇਖਦੇ ਹਾਂ। ਕੀ ਇਹ ਸੱਚ ਨਹੀਂ ਹੈ? ਆਪ ਜਾਣਦੇ ਹੋ ਕਿ ਜਦੋਂ ਸਭ ਠੀਕ ਠਾਕ ਅਤੇ ਬਹੁਤ ਮਹਾਨ ਹੋ ਰਿਹਾ ਹੋਵੇ ਤਦ ਇੱਕ ਮਸੀਹ ਹੋਣਾ ਆਸਾਨ ਹੁੰਦਾ ਹੈ। ਜਦ ਅੱਗ ਤਪਦੀ ਹੋਵੇ, ਸਾਡੇ ਦੋਸਤ ਸਾਡੇ ਆਲੇ ਦੁਆਲੇ ਸਾਨੂੰ ਵੇਖ ਰਹੇ ਹੁੰਦੇ ਹਨ। ਮੈਂ ਤੁਹਾਨੂੰ ਕੁਝ ਪੁੱਛਣ ਦੀ ਖੁਆਇਸ਼ ਰੱਖਦਾ ਹਾਂ ਕਿ ਉਹ ਸਾਡੇ ਅੰਦਰ ਕੀ ਆਪ ਦੇ ਅੰਦਰ ਪਰਮੇਸ਼ਰ ਨੂੰ ਵੇਖਦੇ ਹਨ। ਮੈਂ ਇੱਕ ਨੌਜਵਾਨ ਜੋੜੇ ਨੂੰ ਪੁੱਛਿਆ, ਤੁਸੀਂ ਮਸੀਹ ਕੋਲ ਕਿਵੇਂ ਆਏ ਸੀ? ਉਹਨਾਂ ਆਖਿਆ, ਪਾਸਵਾਨ ਜੀ, ਸਾਨੂੰ ਪਤਾ ਹੈ ਸਾਡੀ ਕਲੀਸਿਆ ਵਿੱਚ ਇੱਕ ਜੋੜਾ ਹੈ ਜੋ ਸਾਡੇ ਘਰ ਦੇ ਲਾਗੇ ਰਹਿੰਦਾ ਹੈ। ਅਸੀਂ ਉਹਨਾਂ ਨੂੰ ਤੱਕਦਿਆਂ ਜਦੋਂ ਪਰਮੇਸ਼ਰ ਨੇ ਸੱਚਮੁੱਚ ਜੋ ਕੁਝ ਵੀ ਉਹਨਾਂ ਕੋਲ ਸੀ ਉਸ ਨੂੰ ਉਹਨਾਂ ਤੋਂ ਦੂਰ ਕਰ ਦਿੱਤਾ ਸੀ। ਅਸੀਂ ਉਹਨਾਂ ਨੂੰ ਪਰਮੇਸ਼ਰ ਦੀ ਉਸਤਤ ਕਰਦਿਆਂ ਤੱਕਿਆ, ਉਹਨਾਂ ਦੇ ਚਿਹਰਿਆਂ ਉੱਤੇ ਮੁਸਕਰਾਹਟ ਨੂੰ ਵੇਖਿਆ ਅਤੇ ਕਦੇ ਵੀ ਸ਼ਿਕਾਇਤ ਨਾ ਕਰਦੇ ਬਲਕਿ ਉਹਨਾਂ ਦੀ ਨੇਚਾ ਵਿੱਚ ਆਨੰਦਿਤ ਹੁੰਦੇ ਤੱਕਿਆ। ਇੱਕ ਵਾਰ ਖਾਣਾ ਖਾਣ ਤੋਂ ਬਾਅਦ ਅਸੀਂ ਇਸ ਬਾਰੇ ਗੱਲ ਕਰ ਰਹੇ ਸੀ ਅਤੇ ਅਸੀਂ ਆਖਿਆ, ਜੋ ਕੁਝ ਵੀ ਉਹਨਾਂ ਦੇ ਕੋਲ ਹੈ ਸਾਨੂੰ ਵੀ ਉਸ ਦੀ ਜ਼ਰੂਰਤ ਹੈ। ਅਸੀਂ ਉਹਨਾਂ ਦੇ ਘਰ ਗਏ ਅਤੇ ਉਹਨਾਂ ਨੇ ਪਰਮੇਸ਼ਰ ਕੋਲ ਆਉਣ ਵਿੱਚ ਸਾਡੀ ਅਗਵਾਈ ਕੀਤੀ। ਉਹਨਾਂ ਨੇ ਪਰਮੇਸ਼ਰ ਨੂੰ ਅੱਗ ਦੇ ਵਿੱਚ ਤੱਕਿਆ ਸੀ। ਮੈਂ ਹੈਰਾਨ ਹੁੰਦਾ ਹਾਂ ਜੇਕਰ ਪਰਮੇਸ਼ਰ ਆਪ ਦੀਆਂ ਮੁਸੀਬਤਾਂ ਦੇ ਵਿਚਕਾਰ ਆਪ ਦੇ ਨਾਲ ਹੁੰਦਾ ਹੈ ਅਤੇ ਲੋਕ ਪਰਮੇਸ਼ਰ ਨੂੰ ਵੇਖਦੇ ਹਨ ਕਿ ਆਪ ਬਾਕੀ ਜਗਤ ਦੀ ਤਰ੍ਹਾਂ ਹੀ ਉਖੜ ਕੇ ਆਉਂਦੇ ਹੋ, ਜਾਂ ਫਿਰ ਆਪ ਯਿਸੂ ਮਸੀਹ ਦੀ ਅਸਲੀਅਤ ਦੀ ਇੱਕ ਗਵਾਹੀ ਹੋ। ਨੰਬਰ 6, ਉਹਨਾਂ ਦਾ ਪ੍ਰਭਾਵ ਵਧਾਇਆ ਗਿਆ ਸੀ। ਆਖਰੀ ਗੱਲ ਜੋ ਮੈਂ ਤੁਹਾਡੇ ਨਾਲ ਵੰਡਣੀ ਚਾਹੁੰਦਾ ਹਾਂ ਉਹ ਇੱਕ ਨਤੀਜੇ ਵਜੋਂ ਹੈ ਕਿ ਉਹਨਾਂ ਦਾ ਪ੍ਰਭਾਵ ਵਧਾਇਆ ਗਿਆ ਸੀ। ਫਿਰ ਤਾਂ ਰਾਜੇ ਨੇ ਸਦਰਕ ਮੇਸ਼ਕ ਤੇ ਅਬਦਨਗੋ ਨੂੰ ਬਾਬਲ ਦੇ ਸੂਬੇ ਵਿੱਚ ਉੱਚਾ ਕੀਤਾ। ਹੁਣ ਉਹ ਤਾਂ ਪਹਿਲਾਂ ਹੀ ਸਿਖਰ ਉੱਤੇ ਸਨ, ਉਹ ਉਸ ਤੋਂ ਜ਼ਿਆਦਾ ਹੋਰ ਉੱਚਾ ਨਹੀਂ ਸੀ ਹੋ ਸਕਦੇ। ਜਦੋਂ ਆਪ ਟੀਸੀ ਉੱਤੇ ਹੋਵੋ ਅਤੇ ਆਪ ਨੂੰ ਤਰੱਕੀ ਬਖਸ਼ੀ ਜਾਂਦੀ ਹੋ ਤਦ ਇਹ ਕੁਝ ਖਾਸ ਗੱਲ ਹੁੰਦੀ ਹੈ। ਕਿ ਇਸ ਤਰ੍ਹਾਂ ਨਹੀਂ ਹੈ? ਉਹਨਾਂ ਨੇ ਟੀਸੀ ਤੋਂ ਉੱਪਰ ਤਰੱਕੀ ਪਾਈ ਸੀ ਜੋ ਕਿ ਉਹਨਾਂ ਦੇ ਵਿਸ਼ਵਾਸ ਦੀ ਯੋਗਤਾ ਦੇ ਕਰਕੇ ਸੀ। ਜਦੋਂ ਪਰਮੇਸ਼ਰ ਸਾਨੂੰ ਪਰਖਦਾ ਹੈ ਅਤੇ ਅਸੀਂ ਵਿਸ਼ਵਾਸਯੋਗ ਪਾਏ ਜਾਂਦੇ ਹਾਂ ਤਦ ਹਮੇਸ਼ਾ ਹੀ ਇਹ ਉਸ ਦੇ ਲਈ ਸਾਡੇ ਪ੍ਰਭਾਵ ਨੂੰ ਵਧਾਉਂਦਾ ਹੈ। ਇਹੋ ਹੀ ਹੈ ਜੋ ਉਹਨਾਂ ਦੇ ਨਾਲ ਵਰਤਿਆ ਸੀ। ਜਦੋਂ ਉਹ ਅੱਗ ਦੇ ਵਿੱਚੋਂ ਬਾਹਰ ਆਏ, ਪਰਮੇਸ਼ਰ ਨੇ ਬਸ ਉਹਨਾਂ ਨੂੰ ਆਪਣੇ ਵਾਸਤੇ ਇੱਕ ਹੋਰ ਵੱਡਾ ਪ੍ਰਭਾਵ ਬਖਸ਼ਿਆ ਸੀ। ਬਾਈਬਲ ਇਹੋ ਹੀ ਸਿਖਾਉਂਦੀ ਹੈ। ਪ੍ਰਕਾਸ਼ ਦੀ ਪੋਥੀ 2 ਅਧਿਆਏ ਉਸ ਦੀ 10 ਐਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਮਰਨ ਤੱਕ ਵਿਸ਼ਵਾਸਯੋਗ ਬਣਿਆ ਰਹਿ ਅਤੇ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ। ਦੂਸਰਾ ਤਮੋਥੀਅਸ 2 ਅਧਿਆਏ 11 ਅਤੇ 12 ਐਤ ਦੇ ਬਚਨ ਇਸ ਤਰ੍ਹਾਂ ਹਨ, ਇਹ ਬਚਨ ਸੱਤ ਹੈ ਕਿਉਂਕਿ ਜੇ ਅਸੀਂ ਉਹਦੇ ਨਾਲ ਮੋਏ ਤਾਂ ਉਹਦੇ ਨਾਲ ਜੀਵਾਂਗੇ, ਜੇ ਸਹਾਰ ਲਈਏ ਤਾਂ ਉਹਦੇ ਨਾਲ ਰਾਜ ਵੀ ਕਰਾਂਗੇ, ਜੇ ਉਹਦਾ ਇਨਕਾਰ ਕਰੀਏ ਤਾਂ ਉਹ ਵੀ ਸਾਡਾ ਇਨਕਾਰ ਕਰੇਗਾ। ਰੋਮੀਓ 8 ਅਧਿਆਏ ਉਸ ਦੀ 17 ਐਤ ਦੇ ਬਚਨ ਇਸ ਤਰ੍ਹਾਂ ਆਖਦੇ ਹਨ, ਅਤੇ ਜੇ ਬਾਲਕ ਹਾਂ ਤਾਂ ਅਧਿਕਾਰੀ ਵੀ ਹਾਂ, ਪਰਮੇਸ਼ਰ ਦੇ ਅਧਿਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ।
ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਝੱਲੀਏ ਭਾਈ, ਉਹਦੇ ਨਾਲ ਅਸੀਂ ਵਡਿਆਏ ਜਾਈਏ। ਜਦੋਂ ਅਸੀਂ ਪਰਖੇ ਜਾਣ ਵਿੱਚ ਵਿਸ਼ਵਾਸਯੋਗ ਹੁੰਦੇ ਹਾਂ ਤਦ ਆਪ ਤਰੱਕੀ ਪਾਉਂਦੇ ਹੋ ਅਤੇ ਆਪ ਦਾ ਪ੍ਰਭਾਵ ਵਧਾਇਆ ਜਾਂਦਾ ਹੈ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 3 ਅਧਿਆਏ ਦੀ 22 ਤੋਂ ਲੈ ਕੇ 30 ਆਇਤਾਂ ਦੇ ਵਚਨਾਂ ਉੱਤੇ ਗੌਰ ਕਰ ਰਹੇ ਸੀ। ਅਸੀਂ ਜਾਣਿਆ ਕਿ ਰਾਜਾ ਨਬੂਕਦਨੇਸਰ ਨੇ ਸ਼ਦਰਕ, ਮੇਸ਼ਕ ਅਤੇ ਓਬੇਦਨਗੋ ਨੂੰ ਅੱਗ ਦੀ ਬਲਦੀ ਭੱਟੀ ਦੇ ਵਿੱਚ ਸੁੱਟਵਾ ਦਿੱਤਾ। ਅੱਗ ਦੀ ਬਲਦੀ ਭੱਟੀ ਦੀ ਲੋਅ ਇੰਨੀ ਜ਼ਿਆਦਾ ਤੇਜ਼ ਸੀ ਕਿ ਉਹਨਾਂ ਨੂੰ ਭੱਠੀ ਦੇ ਵਿੱਚ ਸੁੱਟਣ ਵਾਲੇ ਵੀ ਉਸ ਦੀ ਅੱਗ ਤੋਂ ਨਾ ਬਚ ਸਕੇ। ਅੱਜ ਅਸੀਂ ਵੇਖਿਆ ਕਿ ਅੱਗ ਉਹਨਾਂ ਨੂੰ ਸਾੜ ਨਾ ਸਕੀ। ਅੱਜ ਅਸੀਂ ਪਰਮੇਸ਼ਰ ਦੇ ਪ੍ਰਤੀ ਇਹਨਾਂ 3 ਨੌਜਵਾਨਾਂ ਦੇ ਵਿਸ਼ਵਾਸ ਦੇ ਨਤੀਜਿਆਂ ਨੂੰ ਵੇਖਿਆ। ਅਸੀਂ ਵੇਖਿਆ ਕਿ ਪਰਮੇਸ਼ਰ ਨੇ ਉਹਨਾਂ ਦੇ ਵੈਰੀਆਂ ਨੂੰ ਸਜ਼ਾ ਦਿੱਤੀ। ਅਸੀਂ ਵੇਖਿਆ ਕਿ ਉਹਨਾਂ ਦੇ ਬੰਧਨ ਖੋਲੇ ਗਏ। ਰਾਜਾ ਨਬੂਕਦਨੇਸਰ ਕਹਿੰਦਾ ਹੈ ਕਿ ਉਹ ਭੱਠੀ ਦੇ ਵਿੱਚ 4 ਲੋਕਾਂ ਨੂੰ ਖੁੱਲੇ ਹੋਏ ਘੁੰਮਦੇ ਹੋਏ ਵੇਖਦਾ ਹੈ। ਫਿਰ ਅਸੀਂ ਵੇਖਿਆ ਕਿ ਨਤੀਜੇ ਵਾਂਗੂ ਉਹਨਾਂ ਦੇ ਦਿਲ ਉਤਸ਼ਾਹਿਤ ਕੀਤੇ ਗਏ। ਅਸੀਂ ਵੇਖਿਆ ਕਿ ਪਰਮੇਸ਼ਰ ਉਹਨਾਂ ਨੂੰ ਅੱਗ ਤੋਂ ਬਚਾਉਣ ਦੇ ਲਈ ਆਪ ਪ੍ਰਗਟ ਹੋ ਗਿਆ। ਅਸੀਂ ਸਿੱਖਿਆ ਕਿ ਪਰਮੇਸ਼ਰ ਅਜਿਹੇ ਪਰਤਾਵਿਆਂ ਦੇ ਵਿੱਚ ਆਪ ਆਪਣੇ ਲੋਕਾਂ ਦੀ ਮਦਦ ਕਰਨ ਦੇ ਲਈ ਪ੍ਰਗਟ ਹੋ ਜਾਂਦਾ ਹੈ। ਇਹ ਪਰਮੇਸ਼ਰ ਦੀ ਕਿਰਪਾ ਹੈ ਕਿ ਉਹ ਮਹਾਨ ਪਰਮੇਸ਼ਰ ਆਪ ਨੀਵਾਂ ਹੋ ਕੇ ਮਨੁੱਖ ਦੀ ਮਦਦ ਕਰਨ ਦੇ ਲਈ ਇਸ ਧਰਤੀ ਦੇ ਉੱਤੇ ਆ ਜਾਂਦਾ ਹੈ। ਇਸੇ ਲਈ ਪ੍ਰਭੂ ਯਿਸੂ ਜੀ ਸਾਨੂੰ ਬਚਾਉਣ ਦੇ ਲਈ ਆਪ ਇਸ ਧਰਤੀ ਦੇ ਉੱਤੇ ਪ੍ਰਗਟ ਹੋਏ ਅਤੇ ਖੁਰਲੀ ਦੇ ਵਿੱਚ ਪੈਦਾ ਹੋਏ। ਦੋਸਤੋ, ਕੀ ਤੁਸੀਂ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਉਸ ਦੀ ਚੰਗੀ ਗਵਾਹੀ ਦੇਣ ਵਿੱਚ ਪੂਰੀ ਤਰ੍ਹਾਂ ਸਮਰਪਿਤ ਹੋ? ਜੇਕਰ ਹਾਂ ਤਾਂ ਯਾਦ ਰੱਖੋ, ਪਰਮੇਸ਼ਵਰ ਸ਼ਦਰਕ, ਮੇਸ਼ਕ ਔਰ ਅਬੇਦਨਗੋ ਵਾਂਗ ਤੁਹਾਡੀ ਪ੍ਰੀਖਿਆ ਦੇ ਵਿੱਚ ਵੀ ਤੁਹਾਡੀ ਮਦਦ ਕਰੇਗਾ ਅਤੇ ਤੁਹਾਡੇ ਜੀਵਨ ਨੂੰ ਵੀ ਸੁਰੱਖਿਅਤ ਕਰੇਗਾ। ਦੋਸਤੋ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ, ਅੱਜ ਦੇ ਇਸ ਵਚਨ ਵਾਸਤੇ ਜਿਹਦੇ ਦੁਆਰਾ ਤੁਸੀਂ ਪਿਤਾ ਪਰਮੇਸ਼ਰ ਸਾਨੂੰ ਆਸ਼ੀਸ਼ ਤੇ ਬਰਕਤ ਦਿੱਤੀ। ਪਿਤਾ, ਤੁਸੀਂ ਸਾਨੂੰ ਸਿਖਾਇਆ ਕਿ ਜਦੋਂ ਅਸੀਂ ਪ੍ਰਭੂ ਜੀ ਪ੍ਰਾਰਥਨਾ ਕਰਦੇ ਹਾਂ ਔਰ ਤੁਹਾਡੇ ਵਿੱਚ ਬਣੇ ਰਹਿੰਦੇ ਹਾਂ ਤਾਂ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਕਿਉਂ ਨਾ ਹੋਏ, ਤੁਸੀਂ ਉਹਨਾਂ ਤੋਂ ਸਾਨੂੰ ਬਾਹਰ ਕੱਢ ਸਕਦੇ ਹੋ। ਤੁਸੀਂ ਪਿਤਾ ਪਰਮੇਸ਼ਰ ਸ਼ਦਰਕ, ਮੇਸ਼ਕ, ਓਬੇਦਨਗੋ ਦੇ ਉਦਾਹਰਨ ਦੇ ਦੁਆਰਾ ਸਾਨੂੰ ਸਮਝਾਇਆ ਕਿ ਅਸੀਂ ਆਪਣੀ ਮੁਸੀਬਤਾਂ ਦੇ ਸਮੇਂ ਆਪਣੇ ਹੌਸਲੇ ਨੂੰ ਬਰਕਰਾਰ ਰੱਖੀਏ, ਪਰਮੇਸ਼ਰ ਦੇ ਉੱਤੇ ਭਰੋਸੇ ਨੂੰ ਬਣਾਈ ਰੱਖੀਏ, ਤਾਂ ਪਰਮੇਸ਼ਰ ਸਾਨੂੰ ਵੀ ਉਹਨਾਂ ਮੁਸੀਬਤਾਂ ਵਿੱਚੋਂ ਕੱਢਣ ਵਾਸਤੇ ਆਪ ਸਾਡੇ ਨਾਲ ਖੜਾ ਹੋ ਸਕਦਾ ਹੈ। ਧੰਨਵਾਦ ਕਰਦੇ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।